ਅਲੈਗਜ਼ੈਂਡਰ ਕੁਪਰਨ ਦਾ ਨਾਵਲ, ਜਿਹਨੂੰ ਕੇ.ਐਲ. ਗਰਗ ਨੇ ਅਨੁਵਾਦ ਕੀਤਾ ਹੈ, ਯਾਮਾਂ ਦਾ ਚਕਲਾ, ਅੰਗ 12ਵਾਂ। ਉਸੇ ਵੇਲੇ ਸਿਮਿਅਨ ਇੱਕ ਟਰੇ ਲੈ ਕੇ ਕਮਰੇ 'ਚ ਦਾਖਲ ਹੋਇਆ, ਜਿਸ ਵਿੱਚ ਉਫਨਦੇ ਹੋਏ ਝੱਗਦਾਰ ਸ਼ਰਾਬ ਨਾਲ ਭਰੇ 2 ਗਲਾਸ ਸਨ। ਉਹਨਾਂ ਲਾਗੇ ਇੱਕ ਵੱਡਾ ਸਾਰਾ ਵਿਜ਼ਿਟਿੰਗ ਕਾਰਡ ਰੱਖਿਆ ਹੋਇਆ ਸੀ। ਕੀ ਮੈਂ ਪੁੱਛ ਸਕਦਾ ਤੁਸੀਂ ਸਭਾਂ 'ਚੋਂ ਯਾਰਚੈਂਕੋ ਕੌਣ ਹੈ? ਉਹਨੇ ਸਭ ਵੱਲ ਦੇਖਦੇ ਪੁੱਛਿਆ। ਮੈਂ ਹਾਂ। ਕਿਉਂ? ਯਾਰਚੈਂਕੋ ਨੇ ਜਵਾਬ ਦਿੱਤਾ। ਇਹ ਸ਼ਰਾਬ ਐਕਟਰ ਸਾਹਿਬ ਨੇ ਤੁਹਾਡੇ ਲਈ ਘੱਲੀ ਹੈ। ਯਾਰਚੈਂਕੋ ਨੇ ਵਿਜ਼ਿਟਿੰਗ ਕਾਰਡ ਚੁੱਕ ਕੇ ਉੱਚੀ ਦੇਣੇ ਪੜ੍ਹਿਆ। ਉੱਤੇ ਲਿਖਿਆ ਸੀ, ਇਗਮੋਂਟ ਲਾਵਰੇਤਸਕੀ, ਮੈਟਰੋਪੋਲੀਟਨ ਥੀਏਟਰਜ਼ ਦਾ ਨਾਟਕ ਕਲਾਕਾਰ। ਬੜਾ ਅਜੀਬ ਨਾਂ ਹੈ, ਪਾਵਲੋ ਬੋਲਿਆ, ਪਰ ਇਹਨਾਂ ਲੋਕਾਂ ਦੇ ਨਾਂ ਸ਼ਾਇਦ ਇਹੋ ਜਿਹੇ ਹੀ ਹੁੰਦੇ ਆ। ਹਾਂ, ਜੋ ਪ੍ਰਸਿੱਧ ਹੋ ਜਾਂਦੇ ਉਹ ਜਾਂ ਤਾਂ ਮੋਟੀ ਸੁਰ 'ਚ ਬੋਲਣ ਲੱਗਦੇ ਹੈ ਅਤੇ ਜਾਂ ਤੁਤਲਾ ਕੇ ਜਾਂ ਹਕਲਾ ਕੇ ਬੋਲਦੇ ਆ। ਪਲੇਤੋਨੋਵ ਨੇ ਕਿਹਾ। ਜੀ ਹਾਂ, ਅਤੇ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਕਿ ਮੈਟਰੋਪੋਲੀਟਨ ਥੀਏਟਰਜ਼ ਦੇ ਇੱਕ ਕਲਾਕਾਰ ਨਾਲ ਪਹਿਲਾਂ ਕਦੀ ਪਰਿਚੈ ਦਾ ਮੈਨੂੰ ਵੀ ਸੁਭਾਗ ਪ੍ਰਾਪਤ ਨਹੀਂ ਹੋਇਆ। ਇਸ ਕਾਰਡ ਦੇ ਪਿੱਛੇ ਵੀ ਕੁਝ ਲਿਖਿਆ। ਖੱਤ ਤੋਂ ਲੱਗਦਾ ਹੈ ਕਿ ਕਿਸੇ ਅਜਿਹੇ ਆਦਮੀ ਨੇ ਲਿਖਿਆ ਜੋ ਸ਼ਰਾਬ ਦੇ ਨਸ਼ੇ 'ਚ ਚੂਰ ਹੋਵੇ ਅਤੇ ਪੜ੍ਹਿਆ ਲਿਖਿਆ ਵੀ ਬਹੁਤ ਥੋੜ੍ਹਾ ਹੈ। ਯਾਰਚੈਂਕੋ ਨੇ ਕਾਰਡ ਪਿੱਛੇ ਲਿਖਿਆ ਮਜ਼ਮੂਨ ਪੜ੍ਹਨਾ ਸ਼ੁਰੂ ਕੀਤਾ। ਰੂਸੀ ਵਿਗਿਆਨ ਦੇ ਮਹਾਂਪੰਡਤ ਵਿਗਿਆਨ ਨੂੰ ਵਿਗਿਆਨ ਨਹੀਂ ਵਿਗਿਆਨ ਲਿਖਦਾ ਹੈ ਅਤੇ ਮਹਾਂਪੰਡਿਤ ਦੀ ਥਾਂ ਮਹਾਂਪੰਡਤ ਲਿਖਦਾ ਹੈ। ਯਾਰਚੈਂਕੋ ਨੇ ਸਮਝਦੇ ਹੋਏ ਅੱਗੇ ਪੜ੍ਹਿਆ। ਦੀ ਖਿਦਮਤ ਵਿੱਚ ਜਿਨ੍ਹਾਂ ਨੂੰ ਇਸ ਮਕਾਨ ਦੇ ਰਾਹ 'ਚ ਗੁਜ਼ਰਦੇ ਦੇਖ ਲੈਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ। ਖਾਦਿਮ ਉਹਨਾਂ ਨੂੰ ਸ਼ਰਾਬ ਪੇਸ਼ ਕਰਦਾ ਹੈ ਅਤੇ ਉਹਨਾਂ ਦੇ ਗਿਲਾਸ ਵਿੱਚ ਆਪਣਾ ਗਿਲਾਸ ਛੁਆ ਕੇ ਸ਼ਰਾਬ ਪੀਣ ਦੀ ਖੁਆਇਸ਼ ਜ਼ਾਹਰ ਕਰਦਾ ਹੈ। ਜੇ ਜਨਾਬ ਨੂੰ ਮੇਰੀ ਯਾਦ ਨਹੀਂ ਆਉਂਦੀ ਤਾਂ ਜਨਾਬ ਨੈਸ਼ਨਲ ਥੀਏਟਰ ਅਤੇ ਉਸ ਵਿੱਚ ਹੋਣ ਵਾਲੇ ਨਾਟਕ ਗਰੀਬੀ ਸ਼ਰਮ ਦੀ ਚੀਜ਼ ਨਹੀਂ ਹੈ ਨੂੰ ਯਾਦ ਕਰੋ ਅਤੇ ਉਸ 'ਚ ਭਾਗ ਲੈਣ ਵਾਲੇ ਇਸ ਨਾਚੀਜ਼ ਕਲਾਕਾਰ ਨੂੰ ਯਾਦ ਕਰੋ, ਜਿਹਨੇ ਉਸ ਵਿੱਚ ਅਫਰੀਕਨ ਦਾ ਪਾਰਟ ਅਦਾ ਕੀਤਾ ਹੈ। ਹਾਂ, ਯਾਦ ਆ ਗਿਆ, ਯਾਰਚੈਂਕੋ ਕਹਿਣ ਲੱਗਾ। ਇੱਕ ਵਾਰ ਇਸ ਨਾਟਕ ਦੀ ਆਮਦਨ ਧਰਮਾਰਥ 'ਚ ਜਾਣ ਲੱਗੀ ਸੀ ਅਤੇ ਇਹਦਾ ਪ੍ਰਬੰਧ ਮੇਰੇ ਸਿਰ ਛੱਡਿਆ ਗਿਆ ਸੀ ਅਤੇ ਉਸ ਵੇਲੇ ਇੱਕ ਅੱਕੜਬਾਜ਼ ਜਿਹੇ ਮੁਸ਼ਟੰਡੇ ਐਕਟਰ ਨਾਲ ਮੇਰੀ ਮੁਲਾਕਾਤ ਹੋਈ ਸੀ। ਪਰ ਉਹਨੂੰ ਇੱਥੇ ਬੁਲਾ ਕੇ ਕੀ ਕਰਾਂਗੇ? ਕਿਉਂ? ਲਿਖੋ ਨੇ ਹੱਸਦਿਆਂ ਕਿਹਾ। ਬੁਲਾ ਲੈ ਯਾਰ, ਉਹਨੂੰ ਵੀ ਦੇਖੀ ਜਾਊ ਸਹੀ। ਮਸਖਰਾ ਹੋਣਾ, ਕੁਝ ਨਕਲਾਂ ਵਕਲਾਂ ਲਾਊ, ਮਜ਼ੇ ਕਰਾਂਗੇ। ਤੁਹਾਡੀ ਕੀ ਰਾਏ ਹੈ? ਯਾਰਚੈਂਕੋ ਨੇ ਪਲੇਤੋਨੋਵ ਵੱਲ ਮੁੜ ਕੇ ਪੁੱਛਿਆ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਮੈਂ ਉਹਨੂੰ ਕੁਝ ਜਾਣਦਾ ਵੀ ਹਾਂ। ਵੜਦਿਆਂ ਉਹ ਚੀਕ ਕੇ ਕਹਿੰਦਾ, ਬੁਆਏ ਸ਼ੈਂਪਨ ਲਿਆਓ। ਫਿਰ ਅੱਖਾਂ 'ਚ ਹੰਝੂ ਭਰ ਕੇ ਆਪਣੀ ਤੀਵੀਂ ਦਾ ਤੁਹਾਡੇ ਕੋਲ ਜ਼ਿਕਰ ਕਰੂਗਾ, ਤੁਹਾਨੂੰ ਦੱਸੂਗਾ ਕਿ ਉਹ ਕਿਹੋ ਜਿਹੀ ਦੇਵੀ ਹੈ। ਫਿਰ ਦੇਸ਼ ਭਗਤੀ 'ਤੇ ਇੱਕ ਭਾਸ਼ਣ ਝਾੜੂਗਾ। ਆਖਰ ਸ਼ਰਾਬ ਦੇ ਪੈਸੇ ਦੇਣ ਵੇਲੇ ਝਗੜਾ ਕਰੇਗਾ, ਭਾਵੇਂ ਜ਼ਿਆਦਾ ਦੇਰ ਨਹੀਂ। ਕਾਫੀ ਮਜ਼ੇਦਾਰ ਆਦਮੀ ਹੈ। ਬੁਲਾ ਲਓ ਯਾਰ, ਉਹਨੂੰ ਵੀ ਇੱਥੇ ਹੀ। ਬਲੋਦਾ ਨੇ ਕਾਤੀਆ ਦੇ, ਜੋ ਉਹਦੀ ਗੋਦ 'ਚ ਬੈਠੀ ਆਪਣੀਆਂ ਟੰਗਾਂ ਹਿਲਾ ਰਹੀ ਸੀ, ਮੋਢਿਆਂ ਉੱਪਰੋਂ ਦੀ ਝਾਕ ਕੇ ਕਿਹਾ। ਤੁਹਾਡੀ ਕੀ ਰਾਏ ਹੈ ਵੈਲਥਮੈਨ? ਕੀ ਕਿਹਾ? ਵੈਲਥਮੈਨ ਨੇ ਹੈਰਾਨੀ ਨਾਲ ਪੁੱਛਿਆ। ਆਪਣੇ ਸਾਥੀਆਂ ਵੱਲ ਪਿੱਠ ਮੋੜੀ ਪਾਤਸ਼ਾਹ ਕੋਲ ਦੀਵਾਨ 'ਤੇ ਉਹਦੇ ਸਰੀਰ 'ਤੇ ਝੁਕਿਆ ਬੈਠਾ ਸੀ। ਬੜੀ ਦੇਰ ਤੋਂ ਉਸ ਨਾਲ ਹਮਦਰਦੀ ਦਿਖਾਉਂਦਾ ਹੋਇਆ ਕਦੀ ਉਹਦੇ ਮੋਢੇ ਕਦੀ ਉਹਦੇ ਵਾਲ ਪਲੋਸ ਰਿਹਾ ਸੀ। ਪਾਤਸ਼ਾਹ ਉਸ ਵੱਲ ਵੇਖਦੀ ਹੋਈ ਹਮੇਸ਼ਾ ਵਾਂਗ ਨਿਰਲੱਜ ਭਰਪੂਰ ਆਪਣੀ ਅਰਥਹੀਣ ਤੇ ਕਾਮ ਭਰੀ ਮੁਸਕਾਨ ਬਖੇਰਦੀ ਅੱਧ ਖੁੱਲੀਆਂ ਅੱਖਾਂ ਤੇ ਕੰਬਦੀਆਂ ਹੋਈਆਂ ਪਲਕਾਂ ਨਾਲ ਮੁਸਕਰਾ ਰਹੀ ਸੀ। ਕੀ ਕਿਹਾ? ਉਸ ਐਕਟਰ ਨੂੰ ਇੱਥੇ ਬੁਲਾਉਣ ਬਾਰੇ ਪੁੱਛ ਰਹੇ ਹੋ? ਹਾਂ, ਬੁਲਾ ਲਓ, ਠੀਕ ਤਾਂ ਹੈ। ਮੈਨੂੰ ਉਹਦੇ ਆਉਣ 'ਤੇ ਕੀ ਇਤਰਾਜ਼ ਹੈ? ਜ਼ਰੂਰ ਬੁਲਾਓ। ਆਖਰਕਾਰ ਯਾਰਚੈਂਕੋ ਨੇ ਸਿਮਿਅਨ ਰਾਹੀਂ ਐਕਟਰ ਨੂੰ ਬੁਲਾਇਆ। ਐਕਟਰ ਜਿਵੇਂ ਹੀ ਕਮਰੇ 'ਚ ਵੜਿਆ ਤਦ ਹੀ ਉਹਨੇ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਉਹਨੇ ਇੱਕ ਭੜਕੀਲਾ ਤੇ ਰੇਸ਼ਮੀ ਲੰਮਾ ਕੋਟ ਪਹਿਨਿਆ ਸੀ। ਉਹਦੇ ਹੱਥ ਵਿੱਚ ਇੱਕ ਚਮਕੀਲਾ ਹੈਟ ਸੀ। ਕਮਰੇ ਦੇ ਬੂਹੇ 'ਤੇ ਰੁਕਦੇ ਉਹਨੇ ਟੋਪ ਵਾਲੇ ਹੱਥ ਛਾਤੀ ਨਾਲ ਲਗਾ ਕੇ ਇਸ ਅਦਾ ਨਾਲ ਝੁੱਕ ਕੇ ਸਲਾਮ ਕੀਤਾ ਜਿਵੇਂ ਕਿ ਉਹ ਕੋਈ ਵੱਡਾ ਨਵਾਬ ਜਾਂ ਕਿਸੇ ਬੈਂਕ ਦਾ ਡਾਇਰੈਕਟਰ ਹੋਵੇ। ਸ਼ਾਇਦ ਉਹ ਇਸ ਵੇਲੇ ਅਜਿਹੀ ਅਮੀਰ ਆਦਮੀਆਂ ਦੇ ਚਿੱਤਰ ਆਪਣੇ ਮਨ 'ਚ ਬਣਾ ਰਿਹਾ ਸੀ। ਕੀ ਤੁਹਾਡੇ ਲੋਕਾਂ ਦੀ ਸੋਬਤ ਵਿੱਚ ਸ਼ਰੀਕ ਹੋਣ ਦੀ ਬਦਤਮੀਜ਼ੀ ਮੈਂ ਕਰ ਸਕਦਾ? ਉਹਨੇ ਬਹੁਤ ਹੀ ਨਰਮਾਈ ਤੇ ਕੋਮਲ ਸੁਰ 'ਚ ਇੱਕ ਪਾਸੇ ਨੂੰ ਜ਼ਰਾ ਝੁਕਦਿਆਂ ਪੁੱਛਿਆ। ਕਮਰੇ 'ਚ ਬੈਠੇ ਲੋਕਾਂ ਨੇ ਉਹਨੂੰ ਅੰਦਰ ਆਉਣ ਦੀ ਬੇਨਤੀ ਕੀਤੀ ਤੇ ਉਹ ਅੰਦਰ ਆ ਕੇ ਉਹਨਾਂ ਨੂੰ ਆਪਣਾ ਪਰਿਚੈ ਦੇਣ ਲੱਗ ਪਿਆ। ਜ਼ੋਰ ਸ਼ੋਰ ਨਾਲ ਹੱਥ ਹਿਲਾਉਂਦਿਆਂ ਅੱਗੇ ਵੱਲ ਕੂਹਣੀ ਕੱਢ ਕੇ ਉਹਨੇ ਸਾਰਿਆਂ ਨਾਲ ਹੱਥ ਮਿਲਾਇਆ। ਹੁਣ ਉਹਦਾ ਵਿਹਾਰ ਨਵਾਬਾਂ ਤੇ ਅਮੀਰਾਂ ਜਿਹਾ ਨਹੀਂ ਸੀ, ਬਲਕਿ ਇੱਕ ਬਹੁਤ ਹੀ ਹੁਸ਼ਿਆਰ ਤੇ ਚੰਗੇ ਖਿਲਾੜੀ ਜਾਂ ਆਯਾਸ਼ ਨੌਜਵਾਨ ਜਿਹਾ ਸੀ। ਉਹਦਾ ਚਿਹਰਾ, ਜਿਸ ਦੀਆਂ ਸੇਲੀਆਂ ਦੇ ਵਾਲ ਮੁੰਨੇ ਹੋਏ ਸਨ, ਪਲਕਾਂ ਗਾਇਬ ਸਨ, ਬਿਲਕੁਲ ਇੱਕ ਨੀਚ ਕਿਸਮ ਦੇ ਸਧਾਰਨ ਸ਼ਰਾਬੀ ਆਯਾਸ਼ ਤੇ ਜ਼ਾਲਮ ਆਦਮੀ ਵਾਂਗ ਭੋਂਡਾ, ਕਠੋਰ ਤੇ ਤੁੱਛ ਜਾਪਦਾ ਸੀ। ਉਹਦੇ ਨਾਲ ਉਹਦੀਆਂ 2 ਔਰਤਾਂ ਵੀ ਸਨ। ਇੱਕ ਤਾਂ ਹੇਨਰੀਤਾ, ਜੋ ਅੰਨਾ ਦੀ ਹਵੇਲੀ ਦੀ ਸਭ ਤੋਂ ਪੁਰਾਣੀ ਤੇ ਤਜਰਬੇਕਾਰ ਛੋਕਰੀ ਹੋਣ ਕਾਰਨ ਬਹੁਤ ਕੁਝ ਦੇਖ ਚੁੱਕੀ ਸੀ ਤੇ ਕੋਲੂ ਦੇ ਬੈਲ ਵਾਂਗ ਇੱਥੋਂ ਦੀ ਜ਼ਿੰਦਗੀ ਦੀ ਬਹੁਤ ਆਦੀ ਹੋ ਚੁੱਕੀ ਸੀ, ਤੇ ਉਹਦੀ
ਆਵਾਜ਼ ਮੋਟੀ ਹੋ ਗਈ ਸੀ, ਪਰ ਫਿਰ ਵੀ ਉਹ ਹਾਲੇ ਤੱਕ ਸੋਹਣੀ ਸੀ। ਦੂਜੀ ਔਰਤ ਉਹਦੇ ਨਾਲ ਵੱਡੀ ਮਾਨਕਾ ਸੀ, ਜਿਹਨੂੰ ਘਰ 'ਚ ਮਗਰਮੱਛ ਵੀ ਕਹਿੰਦੇ ਹੈ। ਹੇਨਰੀਤਾ ਪਿਛਲੀ ਰਾਤ ਤੋਂ ਲਗਾਤਾਰ ਐਕਟਰ ਦੇ ਨਾਲ ਸੀ। ਉਹਨੂੰ ਇਸ ਘਰੋਂ ਇੱਕ ਹੋਟਲ ਵਿੱਚ ਵੀ ਲੈ ਗਿਆ ਸੀ। ਐਕਟਰ ਆ ਕੇ ਯਾਰਚੈਂਕੋ ਕੋਲ ਬਹਿ ਗਿਆ ਤੇ ਇੱਕ ਅਜਿਹੇ ਬੁੱਢੇ ਜ਼ਿਮੀਂਦਾਰ ਵਾਂਗ ਗੱਲਾਂ ਕਰਨ ਲੱਗਿਆ, ਜਿਹਦੇ ਦਿਲ 'ਚ ਕਿਸੇ ਜ਼ਮਾਨੇ 'ਚ ਖੁਦ ਵਿਸ਼ਵ ਵਿਦਿਆਲੇ 'ਚ ਪੜ੍ਹ ਚੁੱਕਣ ਕਾਰਨ ਵਿਦਿਆਰਥੀਆਂ ਨੂੰ ਵੇਖਦਿਆਂ ਹੀ ਪ੍ਰੇਮ ਭਾਵ ਉਮੜਨ ਲੱਗ ਪਿਆ ਹੋਵੇ। ਮੈਂ ਤੁਹਾਨੂੰ ਸੱਚ ਆਖਦਾ ਜਨਾਬ, ਦੁਨੀਆ ਦੇ ਸਾਰੇ ਝੰਜਟਾਂ ਤੋਂ ਦੂਰ ਰਹਿ ਕੇ ਮੇਰੀ ਆਤਮਾ ਸਿਰਫ ਜਵਾਨਾਂ ਦੇ ਨੇੜੇ ਰਹਿਣਾ ਚਾਹੁੰਦੀ ਹੈ। ਆਪਣੇ ਜ਼ਾਲਮ ਤੇ ਨੀਚ ਚਿਹਰੇ 'ਤੇ ਐਕਟਰਾਂ ਵਾਂਗ ਬਨਾਵਟੀ ਭਾਵ ਲਿਆ ਕੇ ਕਹਿਣ ਲੱਗਾ, ਇਸ ਤੋਂ ਉੱਚਾ ਤੇ ਹੋਰ ਵਧੀਆ ਹੋਰ ਕਿਹੜਾ ਆਦਰਸ਼ ਹੋ ਸਕਦਾ ਹੈ। ਸਾਡੇ ਦੇਸ਼ ਦੀ ਵਿਦਿਆਰਥੀ ਜਮਾਤ ਤੋਂ ਉੱਚੀ ਤੇ ਪਵਿੱਤਰ ਵਸਤੂ ਹੋਰ ਕਿਹੜੀ ਹੋ ਸਕਦੀ ਹੈ। ਇਹ ਆਖ ਉਹਨੇ ਅਚਾਨਕ ਮੇਜ਼ 'ਤੇ ਜ਼ੋਰ ਨਾਲ ਮੁੱਕਾ ਮਾਰਦਿਆਂ ਕਿਹਾ, ਬੁਆਏ ਸ਼ੈਂਪੇਨ ਲਿਆ। ਲਿਖੋਨਿਨ ਤੇ ਯਾਰਚੈਂਕੋ ਉਹਦਾ ਕੋਈ ਅਹਿਸਾਨ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ ਸੀ, ਇਸ ਲਈ ਜਿਉਂ ਹੀ ਉਹਦੀ ਸ਼ਰਾਬ ਖਤਮ ਹੋਈ ਉਹਨਾਂ ਨੇ ਵੀ ਸ਼ਰਾਬ ਮੰਗਵਾ ਲਈ ਤੇ ਇਸ ਤਰ੍ਹਾਂ ਸ਼ਰਾਬ ਦੇ ਦੌਰ ਚੱਲਣ ਲੱਗੇ। ਫਿਰ ਪਤਾ ਨਹੀਂ ਕਿਵੇਂ ਗਵਈਆ ਮੀਸ਼ਕਾ ਤੇ ਉਹਦਾ ਸਾਥੀ ਜਿਲਦਸਾਜ਼ ਵੀ ਇਹਨਾਂ ਨਾਲ ਆ ਮਿਲੇ ਤੇ ਆਉਂਦਿਆਂ ਹੀ ਉਹਨਾਂ ਨੇ ਆਪਣੇ ਭੋਂਡੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਰੋਲੀ ਪੋਲੀ ਵੀ ਜਾਗ ਪਿਆ ਸੀ। ਉਹ ਵੀ ਕਮਰੇ ਦੇ ਬੂਹੇ 'ਤੇ ਆ ਕੇ ਸਿਰ ਖੁਸ਼ਾਮਦ ਨਾਲ ਇੱਕ ਪਾਸੇ ਨੂੰ ਝੁਕਾਈ, ਆਪਣੀਆਂ ਛੋਟੀਆਂ-ਛੋਟੀਆਂ ਅੱਖਾਂ ਜਿਨ੍ਹਾਂ 'ਚ ਹੰਝੂ ਆ ਗਏ ਸੀ ਤੇ ਆਪਣੇ ਹੁਸ਼ਿਆਰ ਚਿਹਰੇ ਨੂੰ ਸੰਗੋੜਦਾ ਹੋਇਆ ਗਿੜਗੜਾ ਕੇ ਕਹਿ ਰਿਹਾ ਸੀ, ਭਲੇ ਵਿਦਿਆਰਥੀਓ, ਤੁਹਾਨੂੰ ਇਸ ਫਟੇਹਾਲ ਬੁੱਢੇ ਨੂੰ ਵੀ ਥੋੜ੍ਹਾ ਬਹੁਤ ਜ਼ਰੂਰ ਖਿਲਾਉਣਾ ਚਾਹੀਦਾ ਹੈ। ਰੱਬ ਦੀ ਸਹੁੰ ਖਾਨਾ, ਮੈਨੂੰ ਵੀ ਪੜ੍ਹਾਈ ਨਾਲ ਬਹੁਤ ਮੋਹ ਹੈ। ਮੈਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਦਿਓ। ਲਿਖੋਨਿਨ ਨੂੰ ਕਿਸੇ ਦਾ ਅੰਦਰ ਆਉਣਾ ਨਾਪਸੰਦ ਨਹੀਂ ਸੀ, ਇਸ ਲਈ ਉਹ ਸਾਰਿਆਂ ਦੇ ਆਉਣ 'ਤੇ ਖੁਸ਼ ਹੁੰਦਾ ਸੀ। ਪਰ ਯਾਰਚੈਂਕੋ ਦੇ ਦਿਮਾਗ 'ਤੇ ਜਦ ਤੱਕ ਸ਼ੈਂਪੇਨ ਨੇ ਚੰਗੀ ਤਰ੍ਹਾਂ ਆਪਣਾ ਅਸਰ ਨਹੀਂ ਕਰ ਲਿਆ, ਤਦ ਤੱਕ ਉਹ ਹੈਰਾਨੀ ਭਰੀ ਸ਼ਰਮ ਤੇ ਭੋਲੇਪਣ ਨਾਲ ਨਵੇਂ ਲੋਕਾਂ ਦੇ ਕਮਰੇ 'ਚ ਆਉਣ 'ਤੇ ਲਗਾਤਾਰ ਆਪਣੀਆਂ ਛੋਟੀਆਂ-ਛੋਟੀਆਂ ਸਹੇਲੀਆਂ ਉੱਪਰ ਚੜ੍ਹਾ ਕੇ ਉਹਨਾਂ ਵੱਲ ਦੇਖਦਾ ਰਿਹਾ। ਅਚਾਨਕ ਕਮਰੇ 'ਚ ਕਾਫੀ ਭੀੜ ਲੱਗਣ ਲੱਗ ਪਈ। ਕਮਰੇ 'ਚ ਧੂੰਆਂ ਤੇ ਰੌਲਾ ਰੱਪਾ ਇੰਨਾ ਜ਼ਿਆਦਾ ਹੋ ਰਿਹਾ ਸੀ ਕਿ ਬਹੁਤ ਛੋਟਾ ਲੱਗਣ ਲੱਗ ਪਿਆ ਸੀ। ਸਿਮੀਅਨ ਨੇ ਬਾਰੀਆਂ ਦੇ ਪਰਦੇ ਵੀ ਬਾਹਰੋਂ ਚੁੱਕ ਦਿੱਤੇ। ਔਰਤਾਂ ਆਪਣੇ ਪ੍ਰੇਮੀਆਂ ਜਾਂ ਨਾਚ ਤੋਂ ਵਿਹਲੀਆਂ ਹੋ ਕੇ ਵਿੱਚ ਕਮਰੇ 'ਚ ਆ ਜਾਂਦੀਆਂ। ਨੌਜਵਾਨਾਂ ਦੀਆਂ ਗੋਦੀਆਂ 'ਚ ਬਹਿ ਕੇ ਸਿਗਰਟ ਪੀਂਦੀਆਂ, ਗਾਉਂਦੀਆਂ, ਸ਼ਰਾਬ ਪੀਂਦੀਆਂ, ਚੁੰਮੀਆਂ ਲੈਂਦੀਆਂ, ਫਿਰ ਨੱਚਣ ਜਾਂ ਆਪਣੇ ਪ੍ਰੇਮੀਆਂ ਦੀ ਮੰਗ ਪੂਰੀ ਕਰਨ ਚਲੀਆਂ ਜਾਂਦੀਆਂ। ਦਫ਼ਤਰ ਦੇ ਬਾਬੂਆਂ ਨੂੰ ਇਹ ਸਭ ਬਹੁਤ ਭੈੜਾ ਲੱਗ ਰਿਹਾ ਸੀ, ਕਿਉਂਕਿ ਇਸਤਰੀਆਂ ਦਾ ਧਿਆਨ ਬੈਠਕ ਖਾਨੇ ਤੋਂ, ਜਿੱਥੇ ਉਹ ਲੋਕ ਬੈਠੇ ਸੀ, ਹਟ ਕੇ ਉਸ ਕਮਰੇ ਵੱਲ ਜ਼ਿਆਦਾ ਹੋ ਗਿਆ। ਇਸ ਲਈ ਉਹ ਵਿਗੜ ਗਏ ਤੇ ਵਿਦਿਆਰਥੀਆਂ ਨਾਲ ਝਗੜਾ ਕਰਨ ਦੀ ਤਿਆਰੀ ਕਰਨ ਲੱਗੇ। ਪਰ ਸਿਮੀਅਨ ਨੇ ਜਿਵੇਂ ਹੀ ਗੰਭੀਰ ਹੋ ਕੇ ਦੋ ਸ਼ਬਦ ਉਹਨਾਂ ਨੂੰ ਆਖੇ, ਉਵੇਂ ਹੀ ਉਹ ਸੰਭਲ ਗਏ ਤੇ ਬਿਲਕੁਲ ਖਾਮੋਸ਼ ਹੋ ਗਏ। ਨਿਊਰਾ ਵੀ ਤਦ ਕਮਰੇ 'ਚੋਂ ਵਾਪਸ ਆ ਗਈ ਸੀ। ਉਹਦੇ ਪਿੱਛੇ ਕੁਝ ਦੇਰ ਬਾਅਦ ਪਿਤਰੋਵਸਕੀ ਵੀ ਆ ਗਿਆ। ਉਹਨੇ ਵਾਪਸ ਆ ਕੇ ਬਹੁਤ ਗੰਭੀਰਤਾ ਨਾਲ ਕਿਹਾ, ਮੈਂ ਉਦੋਂ ਤੋਂ ਸੜਕ 'ਤੇ ਟਹਿਲਦਾ ਹੋਇਆ ਅੱਜ ਦੀਆਂ ਘਟਨਾਵਾਂ 'ਤੇ ਬਾਰ-ਬਾਰ ਸੋਚਦਾ ਰਿਹਾ। ਅੰਤ 'ਚ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਸੱਚਮੁੱਚ ਬੋਰਸ ਹੀ ਗਲਤ ਸੀ, ਪਰ ਉਹ ਨਸ਼ੇ 'ਚ ਸੀ, ਇਸ ਲਈ ਉਹਦੀ ਗਲਤੀ 'ਤੇ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ। ਜ਼ੇਨਿਆ ਵੀ ਕੁਝ ਦੇਰ ਬਾਅਦ ਪਰਤ ਆਈ ਸੀ, ਪਰ ਉਹ ਇਕੱਲੀ ਆਈ ਕਿਉਂਕਿ ਬੋਰਿਸ ਉਹਦੇ ਕਮਰੇ 'ਚ ਪੈ ਕੇ ਸੌਂ ਗਿਆ ਸੀ। ਐਕਟਰ ਦੇ ਹੁਨਰਾਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਕਦੀ ਉਹ ਮੱਖੀ ਦੇ ਭਿੰਡ ਬਣਾਉਣ ਦੀ, ਜਿਹਨੂੰ ਕੋਈ ਸ਼ਰਾਬੀ ਬਾਰੀ ਦੇ ਸ਼ੀਸ਼ੇ ਤੋਂ ਫੜਨ ਦੀ ਕੋਸ਼ਿਸ਼ ਕਰਦਾ ਹੈ, ਕਦੀ ਲੱਕੜ ਤੇ ਆਰਾ ਚਲਾਉਣ ਦੀਆਂ ਮਜ਼ੇਦਾਰ ਨਕਲਾਂ ਉਤਾਰ ਰਿਹਾ ਸੀ। ਉਹਨੇ ਕਮਰੇ ਦੇ ਇੱਕ ਖੂੰਜੇ ਖਲੋ ਕੇ ਮੂੰਹ ਫੇਰ ਕੇ ਟੈਲੀਫੋਨ 'ਤੇ ਇੱਕ ਪਰੇਸ਼ਾਨ ਇਸਤਰੀ ਦੀ ਗੱਲਬਾਤ ਤੇ ਉਹ ਤੋਂ ਬਾਅਦ ਗ੍ਰਾਮੋਫੋਨ 'ਤੇ ਇੱਕ ਰਿਕਾਰਡ ਵਜਾਉਣ ਦੀਆਂ ਚੰਗੀਆਂ ਨਕਲਾਂ ਕੀਤੀਆਂ। ਅੰਤ 'ਚ ਉਹਨੇ ਇੱਕ ਫਾਰਸੀ ਛੋਕਰੇ ਤੇ ਉਹਦੇ ਬਾਂਦਰ ਦੀ ਨਕਲ ਲਾਈ। ਝੂਠ-ਮੂਠ ਹਵਾ 'ਚ ਹੱਥਾਂ ਨਾਲ ਕਿਸੇ ਦੀ ਠੋਡੀ ਫੜ ਕੇ ਬਾਂਦਰ ਵਾਂਗ ਆਪਣੇ ਦੰਦ ਦਿਖਾਉਂਦੇ ਉਹਨੇ ਕੱਛਾਂ ਵਜਾਈਆਂ। ਫਿਰ ਬਾਂਦਰ ਵਾਂਗ ਜ਼ਮੀਨ 'ਤੇ ਬਹਿ ਕੇ ਅੱਖਾਂ ਝਪਕ ਤੇ ਆਪਣਾ ਸਿਰ ਤੇ ਪਿੰਡਾ ਖੁਰਕ ਮਦਾਰੀਆਂ ਦਾ ਇੱਕ ਗੀਤ ਗਾਇਆ। ਅੰਤ ਵਿੱਚ ਉਹਨੇ ਨੰਨੀ ਮਾਨਕਾ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਉਹਨੂੰ ਆਪਣੇ ਲੰਬੇ ਕੋਟ ਦੇ ਪੱਲਿਆਂ ਹੇਠ ਢੱਕ ਲਿਆ ਤੇ ਆਪਣੇ ਹੱਥ ਫੈਲਾ ਕੇ ਅੱਖਾਂ 'ਚ ਹੰਝੂ ਭਰ ਕੇ ਆਪਣਾ ਮੂੰਹ ਇਸ ਤਰ੍ਹਾਂ ਇੱਕ ਪਾਸੇ ਲਟਕਾ ਲਿਆ ਜਿਵੇਂ ਰੂਸ ਵਿੱਚ ਘੁੰਮਣ ਵਾਲੇ ਚੰਗੇ ਡੀਲ ਡੌਲ ਵਾਲੇ ਸੈਂਕੜੇ ਗੰਦੇ ਫਾਰਸੀ ਛੋਕਰੇ ਸਿਪਾਹੀਆਂ ਦੇ ਪੁਰਾਣੇ ਓਵਰਕੋਟ ਪਹਿਨੀ ਆਪਣੀ ਕਣਕ-ਵੰਨੀ ਛਾਤੀ ਚੌੜੀ ਕੀਤਿਆਂ ਤੇ ਆਪਣੀ ਗੋਦ ਵਿੱਚ ਇੱਕ ਖੰਘਦਾ ਤੇ ਖੁਰਕ ਮਾਰਿਆ ਬਾਂਦਰ, ਜਿਹਦੇ ਵਾਲ ਜੂਆਂ ਨਾਲ ਭਰੇ ਹੁੰਦੇ ਹਨ, ਲਟਕਾਈ ਚਾਰੇ ਪਾਸੇ ਘੁੰਮਦੇ ਫਿਰ ਦਿਖਾਈ ਦਿੰਦੇ ਆ। ਤੁਸੀਂ ਕੌਣ ਹੋ? ਮੋਟੀ ਕਾਤੀਆ ਨੇ, ਜਿਹਨੂੰ ਐਕਟਰ ਦੀ ਇਹ ਨਕਲ ਖਾਸ ਤੌਰ 'ਤੇ ਪਸੰਦ ਸੀ, ਬਹੁਤ ਗੰਭੀਰਤਾ ਨਾਲ ਪੁੱਛਿਆ। ਮੈਂ ਫਾਰਸ ਦੇਸ਼ ਦਾ ਇੱਕ ਗਰੀਬ ਬਾਂਦਰ ਵਾਲਾ, ਮੈਡਮ, ਗਿੜਗੜਾ ਕੇ ਐਕਟਰ ਨੇ ਜਵਾਬ ਦਿੱਤਾ। ਮਿਹਰਬਾਨੀ ਕਰਕੇ ਮੈਨੂੰ ਕੁਝ ਦਿਓ, ਮੈਡਮ। ਤੁਹਾਡੇ ਇਸ ਬਾਂਦਰ ਦਾ ਨਾਂ ਕੀ ਹੈ? ਮਾਤਰੀਯੋਸ਼ਕਾ। ਬਹੁਤ ਭੁੱਖਾ ਹੈ, ਕੁਝ ਖਾਣਾ ਚਾਹੁੰਦਾ ਹੈ।
ਤੁਹਾਡੇ ਕੋਲ ਪਾਸਪੋਰਟ ਹੈ? ਮੈਂ ਫਾਰਸੀ ਹਾਂ। ਫਾਰਸੀ? ਮੈਡਮ ਮੈਨੂੰ ਕੁਝ ਦਿਓ। ਐਕਟਰ ਦੇ ਆਉਣ ਨਾਲ ਸੱਚਮੁੱਚ ਲੁਤਫ ਵੱਧ ਗਿਆ ਸੀ। ਉਹਨੇ ਕਾਫੀ ਰੌਲਾ ਰੱਪਾ ਪਾ ਕੇ ਸਾਰੇ ਸਾਥੀਆਂ ਦਾ ਉਤਸ਼ਾਹ, ਜੋ ਕਿ ਹੌਲੀ ਹੌਲੀ ਘੱਟ ਹੋ ਗਿਆ ਸੀ, ਮੁੜ ਤੋਂ ਵਧਾ ਦਿੱਤਾ ਸੀ। ਥੋੜ੍ਹੀ ਦੇਰ ਬਾਅਦ ਉਹ ਨਕਾਲਾਂ ਵਾਂਗ ਚੀਖ ਕੇ ਆਖਦਾ ਸੀ, ਬੁਆਏ ਸ਼ੈਂਪਨ ਲਿਆ। ਸਿਮੀਅਨ ਉਹਦੇ ਤਰੀਕਿਆਂ ਤੋਂ ਚੰਗੀ ਤਰ੍ਹਾਂ ਵਾਕਫ ਸੀ, ਪਰ ਉਹਦੇ ਇਸ ਤਰ੍ਹਾਂ ਚੀਕਣ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਐਕਟਰ ਦੀਆਂ ਨਕਲਾਂ ਖਤਮ ਹੁੰਦਿਆਂ ਹੀ ਰੂਸੀ ਹੁੜਦੰਗ ਸ਼ੁਰੂ ਹੋ ਗਿਆ, ਜਿਸ 'ਚ ਭਾਰੀ ਰੌਲਾ ਰੱਪਾ ਪੈਣ ਲੱਗਾ। ਕਿਸੇ ਨੇ ਉੱਠ ਕੇ ਪਿਆਨੋ ਵਜਾਉਣਾ ਸ਼ੁਰੂ ਕਰ ਦਿੱਤਾ। ਰੋਲੀ ਪੋਲੀ ਉਹਦੇ ਸੁਰਾਂ 'ਤੇ ਥਿਰਕਣ ਲੱਗ ਪਿਆ। ਆਪਣੇ ਪਤਲੇ ਮੋਢੇ ਉੱਪਰ ਨੂੰ ਚੁੱਕ ਕੇ ਇੱਕ ਪਾਸੇ ਨੂੰ ਮੋੜ ਕੇ ਆਪਣੇ ਦੋਵੇਂ ਹੱਥਾਂ ਦੀਆਂ ਉਂਗਲਾਂ ਚੌੜੀਆਂ ਕਰ ਇੱਕ ਹੀ ਥਾਂ ਖੜਾ ਕਦੀ ਇਸ ਟੰਗ 'ਤੇ ਕਦੀ ਦੂਸਰੀ ਟੰਗ 'ਤੇ ਵਿਚਿੱਤਰ ਢੰਗ ਨਾਲ ਕੁੱਦ ਨੱਚਣ ਲੱਗ ਪਿਆ। ਵਿੱਚ ਜ਼ੋਰ ਨਾਲ ਚੀਖ ਕੇ ਅਚਾਨਕ ਉੱਛਲ ਪੈਂਦਾ ਸੀ ਤੇ ਅੱਗੇ ਵੱਲ ਕੁੱਦ ਕੇ ਨੱਚਦਾ ਹੋਇਆ ਕੁਝ ਗਾਉਣ ਲੱਗਦਾ ਸੀ। ਫਿਰ ਆਪਣੇ ਆਪ ਹੀ ਆਪਣਾ ਸਿਰ ਹਿਲਾਉਂਦਿਆਂ ਕਹਿ ਦਿੰਦਾ ਸੀ, ਵਾਹ ਵਾਹ ਵਾਹ, ਅਜਿਹੇ ਵਧੀਆ ਨਾਚ ਲਈ ਤਾਂ ਇੱਕ ਅਧੀਆ ਕੋਨਿਆਕ ਦਾ ਇਨਾਮ 'ਚ ਜ਼ਰੂਰ ਮਿਲਣਾ ਚਾਹੀਦਾ। ਮੀਸ਼ਕਾ ਤੇ ਉਹਦਾ ਸਾਥੀ ਦੋਵੇਂ, ਜਿਨ੍ਹਾਂ ਦੀਆਂ ਅੱਖਾਂ ਇੰਨੀਆਂ ਭਾਰੀ ਹੋ ਗਈਆਂ ਸੀ, ਉਹਨਾਂ ਦੀਆਂ ਪਲਕਾਂ ਵੀ ਹੁਣ ਬੜੀ ਮੁਸ਼ਕਲ ਨਾਲ ਖੁੱਲ੍ਹਦੀਆਂ ਸਨ। ਹਾਲੇ ਤੱਕ ਆਪਣੇ ਰਾਗਾਂ ਦੀ ਧੁਨ 'ਚ ਹੀ ਮਸਤ ਸਨ। ਅਭਿਨੇਤਾ ਸ਼੍ਰੀਮਾਨ ਨੇ ਗੰਦੇ ਕਿੱਸੇ ਤੇ ਚੁਟਕਲੇ ਸੁਣਾਉਣੇ ਸ਼ੁਰੂ ਕਰਤੇ ਸੀ। ਮਦਾਰੀ ਵਾਂਗ ਉਹਨਾਂ ਨੂੰ ਆਪਣੀ ਪਟਾਰੀ 'ਚੋਂ ਕੱਢ ਸੁੱਟ ਰਿਹਾ ਸੀ। ਇਸਤਰੀਆਂ ਉਹਨਾਂ ਨੂੰ ਸੁਣ ਹੱਸ ਲੋਟ-ਪੋਟ ਹੋ ਰਹੀਆਂ ਸੀ। ਹੱਸਦਿਆਂ ਥੱਕ ਕੇ ਕੁਰਸੀਆਂ ਦੀ ਪਿੱਠ ਦਾ ਸਹਾਰਾ ਲੈ ਕੇ ਸੁਸਤਾਉਣ ਲੱਗਦੀਆਂ ਸੀ। ਵੈਲਥਮੈਨ, ਜੋ ਬੜੀ ਦੇਰ ਤੋਂ ਹੌਲੀ ਪਾਸ਼ਾ ਨਾਲ ਕੁਝ ਫੁਸਫੁਸਾ ਰਿਹਾ ਸੀ, ਇਸ ਰੌਲੇ ਰੱਪੇ 'ਚੋਂ ਚੁੱਪਚਾਪ ਉੱਠ ਕੇ ਕਮਰਿਓਂ ਬਾਹਰ ਨਿਕਲ ਗਿਆ। ਉਹਦੇ ਕੁਝ ਮਿੰਟ ਬਾਅਦ ਪਾਸ਼ਾ ਵੀ ਉੱਠੀ ਤੇ ਆਪਣੀ ਉਹੀ ਪਾਗਲਾਂ ਜਿਹੀ ਮੁਸਕਾਨ ਨਾਲ ਮੁਸਕਰਾਉਂਦੀ ਉਹਦੇ ਪਿੱਛੇ ਚਲੀ ਗਈ। ਦੂਸਰੇ ਸਾਰੇ ਵਿਦਿਆਰਥੀ ਵੀ ਇੱਕ ਕਰਕੇ ਕੇਵਲ ਇੱਕ ਲਿਖੋਨਿਨ ਨੂੰ ਛੱਡ ਕੇ ਕੋਈ ਬਾਹਰ ਜਾ ਕੇ ਸ਼ਾਂਤੀ ਨਾਲ ਬੈਠਣ ਤੇ ਕੋਈ ਕਿਸੇ ਦੂਜੇ ਬਹਾਨੇ ਉੱਠ ਕੇ ਕਮਰਿਓਂ ਬਾਹਰ ਨਿਕਲ ਗਏ ਤੇ ਕਾਫੀ ਦੇਰ ਵਾਪਸ ਨਹੀਂ ਮੁੜੇ। ਬਲੋਧਾ ਪਾਵਲੋਵ ਨੇ ਕੁਝ ਦੇਰ ਤੱਕ ਬੈਠਕ 'ਚ ਹੋਣ ਵਾਲਾ ਨਾਚ ਵੇਖਣ ਦੀ ਇੱਛਾ ਪ੍ਰਗਟ ਕੀਤੀ। ਤੋਲਪੀਜ਼ਨ ਨੇ ਸਿਰ 'ਚ ਇੰਨਾ ਦਰਦ ਹੋਇਆ ਕਿ ਵਿਚਾਰੇ ਨੇ ਤਮਾਰਾ ਨੂੰ ਕਿਤੇ ਅਜਿਹੀ ਥਾਂ ਲੈ ਚੱਲਣ ਨੂੰ ਕਿਹਾ ਜਿੱਥੋਂ ਆਪਣਾ ਸਿਰ ਧੋ ਸਕੇ। ਪਿਤਰੋਵਸਕੀ ਲਿਖੋਨਿਨ ਤੋਂ ਚੁੱਪਚਾਪ 3 ਰੁਪਏ ਉਧਾਰ ਲੈ ਕੇ ਬਾਹਰ ਚਲਾ ਗਿਆ ਤੇ ਮਕਾਨ ਦੇ ਰਾਹ 'ਚ ਖਲੋ ਕੇ ਉਹਨੇ ਖਾਲਾ ਜਾਨ ਨੂੰ ਨੰਨੀ ਮਾਨਕਾ ਨੂੰ ਆਪਣੇ ਕੋਲ ਭੇਜਣ ਦੀ ਪ੍ਰਾਰਥਨਾ ਕੀਤੀ। ਰਾਮਸੇਸ ਦੀ ਤਕੱਲਫੀ ਤਬੀਅਤ ਵੀ ਅੱਜ ਜ਼ੇਨੀਆ ਦੀ ਵਿਚਿੱਤਰ, ਸਪਸ਼ਟ ਤੇ ਉਤੇਜਕ ਸੁੰਦਰਤਾ ਨੂੰ ਵੇਖ ਕੇ ਪਿਘਲ ਗਈ ਸੀ। ਇਸ ਲਈ ਉਹਨੂੰ ਯਾਦ ਆ ਗਿਆ ਕਿ ਦੂਜੇ ਦਿਨ ਸਵੇਰੇ ਹੀ ਉਹਨੇ ਇੱਕ ਬਹੁਤ ਜ਼ਰੂਰੀ ਕੰਮ ਕਰਨਾ ਸੀ, ਜਿਸ ਲਈ ਉਹਨੇ ਘਰ ਜਾ ਕੇ ਜਲਦੀ ਸੌਂ ਜਾਣਾ ਚਾਹੀਦਾ ਸੀ। ਪਰ ਆਪਣੇ ਸਾਰੇ ਸਾਥੀਆਂ ਨੂੰ ਅਲਵਿਦਾ ਕਰਕੇ ਜਦੋਂ ਕਮਰਿਓਂ ਬਾਹਰ ਜਾਣ ਲੱਗਾ, ਉਹਨੇ ਉਹਨਾਂ ਦੀਆਂ ਨਜ਼ਰਾਂ ਤੋਂ ਬਚਦਿਆਂ ਜਲਦੀ ਨਾਲ ਜ਼ੇਨੀਆ ਨੂੰ ਬੂਹਿਓਂ ਬਾਹਰ ਆਉਣ ਲਈ ਅੱਖ ਦਾ ਇਸ਼ਾਰਾ ਕੀਤਾ। ਜ਼ੇਨੀਆ ਨੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਉਹਦਾ ਬੁਲਾਵਾ ਸਵੀਕਾਰ ਕਰ ਲਿਆ। ਪਰ ਫਿਰ ਜ਼ੇਨੀਆ ਨੇ ਜਦ ਆਪਣੀਆਂ ਅੱਖਾਂ ਉੱਪਰ ਚੁੱਕੀਆਂ ਤਾਂ ਉਹਨਾਂ 'ਚ ਪਲੇਤੋਨੋਵ ਨੂੰ, ਜਿਸ ਨੇ ਉਹ ਮੂਕ ਵਾਰਤਾਲਾਪ ਚੁੱਪਚਾਪ ਦੇਖਿਆ, ਜਿਸ 'ਤੇ ਉਹਦਾ ਮੱਥਾ ਠਣਕਿਆ, ਘਿਰਨਾ ਤੇ ਬਦਲੇ ਦੀ ਇੱਕ ਝਲਕ ਦਿਖਾਈ ਦਿੱਤੀ। 5 ਮਿੰਟ ਬਾਅਦ ਜ਼ੇਨੀਆ ਉੱਠਦੀ ਹੋਈ ਬੋਲੀ, ਕੁਝ ਦੇਰ ਲਈ ਮੈਨੂੰ ਮਾਫ਼ ਕਰਨਾ, ਮੈਂ ਹੁਣੇ ਮੁੜ ਕੇ ਆਉਣੀ ਹਾਂ। ਇੰਨਾ ਆਖੋ ਆਪਣੀ ਨਾਰੰਗੀ ਰੰਗ ਦੀ ਸਕਰਟ ਲਹਿਰਾਉਂਦੀ ਹੋਈ ਚਲੀ ਗਈ। ਅੱਛਾ, ਤਾਂ ਬਸ ਹੁਣ ਤੁਹਾਡੀ ਵਾਰੀ ਵੀ ਹੋਣੀ ਹੈ? ਪਲੇਤੋਨੋਵ ਨੇ ਲਿਖੋਨਿਨ ਵੱਲ ਦੇਖਦਿਆਂ ਕਿਹਾ। ਨਹੀਂ ਭਰਾਵਾ, ਤੁਹਾਡਾ ਗਲਤ ਖਿਆਲ ਹੈ। ਲਿਖੋਨਿਨ ਨੇ ਆਪਣੀ ਜ਼ੁਬਾਨ ਝਟਕਾਉਂਦੇ ਹੋਏ ਕਿਹਾ, ਮੈਂ ਕਿਸੇ ਅਸੂਲ ਕਾਰਨ ਅਜਿਹਾ ਕਰਨੋਂ ਬਾਜ਼ ਨਹੀਂ ਆ ਰਿਹਾ। ਨਹੀਂ, ਅਜਿਹਾ ਬਿਲਕੁਲ ਨਹੀਂ ਹੈ। ਮੈਂ ਅਰਾਜਕਤਾਵਾਦੀ ਹਾਂ ਤੇ ਮੰਨਦਾ ਕਿ ਘਟੀਆ ਤੋਂ ਘਟਦੀ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਵੀ ਚੰਗੀਆਂ ਹੋ ਸਕਦੀਆਂ, ਪਰ ਖੁਸ਼ਕਿਸਮਤੀ ਨਾਲ ਮੈਂ ਜੁਆਰੀ ਹਾਂ, ਇਸ ਲਈ ਜੂਏ 'ਚ ਮੇਰਾ ਪੂਰਾ ਮਨ ਲੱਗਿਆ ਰਹਿੰਦਾ ਹੈ। ਸੰਭੋਗ ਵੱਲ ਮੇਰਾ ਮਨ ਵੀ ਨਹੀਂ ਜਾਂਦਾ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੇਰੇ ਮਨ 'ਚ ਵੀ ਹੁਣੇ ਤੁਹਾਨੂੰ ਇਹੋ ਪ੍ਰਸ਼ਨ ਜੋ ਤੁਸੀਂ ਮੈਨੂੰ ਪੁੱਛਣ ਦੀ ਇੱਛਾ ਹੋ ਰਹੀ ਸੀ। ਮੈਨੂੰ? ਜੀ ਨਹੀਂ, ਮੈਨੂੰ ਇਹ ਸ਼ੌਕ ਨਹੀਂ ਹੈ। ਕਿਸੇ ਦਿਨ ਬਹੁਤ ਥੱਕ ਜਾਣਾ ਤਾਂ ਉਸ ਰਾਤ ਇੱਥੇ ਹੀ ਸੌਂ ਜਾਣਾ। ਇਸਾਏ ਤੋਂ ਉਹਦੀ ਕੋਠੜੀ ਦੀ ਚਾਬੀ ਲੈ ਲੈਣਾ ਤੇ ਉੱਥੇ ਵੜ ਕੇ ਉਹਦੀ ਮੰਜੀ 'ਤੇ ਲੇਟ ਕੇ ਸੌਂ ਜਾਣਾ। ਇੱਥੋਂ ਦੀਆਂ ਛੋਕਰੀਆਂ ਮੈਨੂੰ ਮਰਦ ਤੇ ਔਰਤ ਦੇ ਵਿਚਕਾਰਲੀ ਚੀਜ਼ ਸਮਝਦੀਆਂ। ਸੱਚ? ਅੱਜ ਤੱਕ ਕਦੀ ਵੀ? ਜੀ ਨਹੀਂ, ਅੱਜ ਤੱਕ ਕਦੀ ਨਹੀਂ। ਹਾਂ, ਬਿਲਕੁਲ ਸੱਚ ਕਹਿੰਦੇ ਨੇ, ਨਿਊਰਾ ਨੇ ਕਿਹਾ। ਸੇਰਗੇਈ ਇਸ ਮਾਮਲੇ 'ਚ ਬਿਲਕੁਲ ਸੰਨਿਆਸੀ ਵਾਂਗ ਪਰੇ ਰਹਿੰਦੇ ਹੈ। ਪਹਿਲਾਂ ਕੋਈ 5 ਸਾਲ ਪਹਿਲਾਂ ਮੈਂ ਵੀ ਇਹਦਾ ਥੋੜ੍ਹਾ ਜਿਹਾ ਅਨੁਭਵ ਕੀਤਾ ਸੀ, ਪਲੇਤੋਨੋਵ ਆਖਦਾ ਰਿਹਾ, ਪਰ ਮੈਨੂੰ ਇਹ ਕੰਮ ਬਹੁਤ ਘ੍ਰਿਣਤ ਰਸਹੀਨ ਲੱਗਿਆ। ਕੁਝ ਉਹਨਾਂ ਮੱਖੀਆਂ ਜਿਹਾ ਕੰਮ ਜਿਹਦੀ ਨਕਲ ਹੁਣੇ ਇਸ ਐਕਟਰ ਨੇ ਕੀਤੀ ਸੀ। ਜਿਸ ਤਰ੍ਹਾਂ ਮੱਖੀਆਂ ਖਿੜਕੀ ਦੇ ਸ਼ੀਸ਼ਿਆਂ 'ਤੇ ਇੱਕ ਦੂਜੇ ਨਾਲ ਚਿਪਕਦੀਆਂ, ਫਿਰ ਆਪਣੀ ਪਿੱਠ ਨੂੰ ਪਿਛਲੇ ਪੈਰਾਂ ਨਾਲ ਖੁਰਕਦੀਆਂ ਅਲੱਗ ਹੋ ਕੇ ਉੱਠ ਜਾਂਦੀਆਂ, ਉਸੇ ਤਰ੍ਹਾਂ ਦਾ ਮੈਨੂੰ ਇਹ ਨਾਚ ਲੱਗਦਾ। ਇੱਥੋਂ ਦੀਆਂ ਪ੍ਰੇਮ ਖੇਡਾਂ ਵਿੱਚ ਵੀ ਮੈਂ ਆਪਣੇ ਆਪ ਨੂੰ ਫਿੱਟ ਨਹੀਂ ਸਮਝਦਾ। ਮੇਰੀ ਸ਼ਕਲ ਵੀ ਨਹੀਂ ਚੰਗੀ।
ਔਰਤਾਂ ਕੋਲ ਜਾਂਦਿਆਂ ਮੈਂ ਝਿਜਕਦਾ ਤੇ ਘਬਰਾਉਂਦਾ ਵੀ ਹਾਂ। ਉਹਨਾਂ ਨਾਲ ਨਰਮਾਈ ਦਾ ਸਲੂਕ ਕਰਨ ਦਾ ਮੈਂ ਆਦੀ ਹਾਂ। ਇੱਥੇ ਅਜਿਹੇ ਆਦਮੀਆਂ ਦੀ ਮੰਗ ਹੁੰਦੀ ਹੈ ਜੋ ਖੁੱਲ੍ਹ ਕੇ ਪਿਆਰ ਕਰਦੇ ਆ, ਈਰਖਾ ਕਰਦੇ ਆ, ਅੱਖਾਂ 'ਚ ਹੰਝੂ ਭਰ ਕੇ ਜ਼ਹਿਰ ਖਾਣ ਦੀਆਂ ਧਮਕੀਆਂ ਦਿੰਦੇ ਆ, ਮਾਰਦੇ ਆ, ਜਾਨ ਮਾਲ ਕੁਰਬਾਨ ਕਰਦੇ ਆ, ਯਾਨੀ ਜੋ ਮਜਨੂ ਵਾਂਗ ਨਾਟਕ ਕਰ ਸਕਦੇ ਆ। ਇਹਦਾ ਕਾਰਨ ਵੀ ਸਮਝਣਾ ਮੁਸ਼ਕਿਲ ਨਹੀਂ ਹੈ। ਔਰਤਾਂ ਦਾ ਦਿਲ ਪ੍ਰੇਮ ਦਾ ਭੁੱਖਾ ਹੁੰਦਾ ਹੈ। ਉਹਨਾਂ ਨਾਲ ਕਿੰਨੇ ਹੀ ਮਰਦ ਰੋਜ਼-ਰੋਜ਼ ਤਰ੍ਹਾਂ-ਤਰ੍ਹਾਂ ਦੇ ਸ਼ਬਦਾਂ ਨਾਲ ਪ੍ਰੇਮ ਦੀਆਂ ਗੱਲਾਂ ਕਰਦੇ ਆ, ਪਰ ਪ੍ਰੇਮ 'ਚ ਥੋੜ੍ਹੇ ਬਹੁਤ ਨਮਕ ਮਿਰਚ ਦੀ ਜ਼ਰੂਰਤ ਰਹਿੰਦੀ ਹੈ। ਕੇਵਲ ਪ੍ਰੇਮ ਦੇ ਸ਼ਬਦਾਂ ਨਾਲ ਹੀ ਕੰਮ ਨਹੀਂ ਚੱਲਦਾ। ਅਜਿਹੇ ਕੰਮਾਂ ਦੀ ਜ਼ਰੂਰਤ ਪੈਂਦੀ ਹੈ ਜਿਸ ਨਾਲ ਔਰਤਾਂ ਦਾ ਪ੍ਰੇਮ ਉਤੇਜਿਤ ਹੋਵੇ। ਇਸ ਲਈ ਚੋਰ, ਕਾਤਲ, ਡਾਕੂ, ਅਵਾਰਾ ਲੋਕਾਂ ਨੂੰ ਇਸਤਰੀਆਂ ਜ਼ਿਆਦਾ ਪਸੰਦ ਕਰਦੀਆਂ। ਅਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਮੈਂ ਵੀ ਇਸ ਕੰਮ 'ਚ ਪੈ ਗਿਆ ਤਾਂ ਮੈਂ ਵੀ ਇੱਥੇ ਸਭ ਤੋਂ ਚੰਗਾ ਜਿਹੜਾ ਸਨੇਹ ਦਾ ਰਿਸ਼ਤਾ ਜੋੜ ਲਿਆ ਉਹ ਖ਼ਤਮ ਹੋ ਜਾਏਗਾ। ਬਹੁਤ ਮਜ਼ਾਕ ਹੋ ਚੁੱਕਿਆ। ਲਿਖੋ ਨਿੰਨੇ ਅਵਿਸ਼ਵਾਸ ਜਿਹੇ ਨਾਲ ਕਿਹਾ। ਇਹੋ ਗੱਲ ਤਾਂ ਫਿਰ ਤੁਸੀਂ ਇੱਥੇ ਰਾਤ ਦਿਨ ਲਿਟੇ ਕਿਉਂ ਰਹਿੰਦੇ ਹੋ? ਜੇ ਤੁਸੀਂ ਇਸ ਵਿਸ਼ੇ 'ਤੇ ਕੁਝ ਲਿਖ ਰਹੇ ਹੁੰਦੇ ਤਦ ਵੀ ਮੈਂ ਸਮਝ ਲੈਂਦਾ ਕਿ ਤੁਸੀਂ ਲਿਖਣ ਲਈ ਇੱਥੋਂ ਮਸਾਲਾ ਲੈਂਦੇ ਹੋ। ਜਿਵੇਂ ਕਿ ਉਸ ਪ੍ਰੋਫੈਸਰ ਨੇ 3 ਵਰ੍ਹੇ ਬਾਂਦਰਾਂ 'ਚ ਰਹਿ ਕੇ ਉਹਨਾਂ ਦੀ ਜ਼ੁਬਾਨ, ਪਰ ਤੁਸੀਂ ਤਾਂ ਆਖਦੇ ਹੋ ਤੁਸੀਂ ਇਸ ਵਿਸ਼ੇ 'ਤੇ ਕੁਝ ਲਿਖ ਵੀ ਨਹੀਂ ਰਹੇ ਹੋ। ਧੰਨਵਾਦ। ਚੱਲ।